ਵੈਲਕਮ ਬੈਕ ਟੂ ਦ ਸ਼ੋ ਹੈਲਥ ਟਾਕ ਵਿਦ ਬਲਬੀਰ। ਅਸੀਂ ਗੱਲਬਾਤ ਕਰ ਰਹੇ ਹਾਂ ਅਮਨ ਦੇ ਨਾਲ ਡਾਈਟ ਬਾਰੇ ਕਿ ਜਿਹੜੇ ਡਾਇਬੀਟੀਜ਼ ਜਿਨ੍ਹਾਂ ਨੂੰ ਹੈਗੀ ਆ ਜਾਂ ਜਿਨ੍ਹਾਂ ਦੇ ਖਾਨਦਾਨ ਦੇ ਵਿੱਚ ਹੈਗੀ ਆ ਉਹ ਕਿੱਦਾਂ ਦੀ ਡਾਈਟ ਲੈਣ ਤਾਂ ਜੋ ਉਹਨਾਂ ਦੀ ਜਿਹੜੀ ਡਾਇਬੀਟੀਜ਼ ਆ ਅੰਡਰ ਕੰਟਰੋਲ ਰਵੇ ਤੇ ਜਾਂ ਉਹਨਾਂ ਨੂੰ ਨਾ ਹੋਵੇ। ਸੋ ਮੈਂ ਇਹ ਦੱਸਣਾ ਚਾਹਾਂਗੀ ਕਿ ਇਹ ਜਿਹੜਾ ਸ਼ੋ ਹੈ ਇਟਸ ਸਪਾਂਸਰਡ ਬਾਈ ਗ੍ਰੇਟ ਸਮਾਈਲਸ, ਜਿਹਦੇ ਵਿੱਚ ਤੁਸੀਂ ਆਪਣੇ ਘਰ ਬੁਲਾ ਕੇ ਜਾਂ ਆਪਣੇ ਕੰਮ ਤੇ ਬੁਲਾ ਕੇ ਇੱਕ ਰਜਿਸਟਰਡ ਡੈਂਟਲ ਹਾਈਜੈਨਿਸਟ ਨੂੰ ਉਹ ਆਪਣੇ ਇੱਕ ਵੈਲ ਇਕੁਇਪਡ ਟਰੱਕ ਦੇ ਵਿੱਚ ਤੁਹਾਡੇ ਘਰ ਆਉਂਦੇ ਨੇ ਤੇ ਤੁਹਾਡੇ ਘਰ ਆ ਕੇ ਤੁਹਾਡੇ ਜਿਹੜੇ ਦੰਦ ਨੇ ਉਹ ਸਾਫ਼ ਕਰਦੇ ਨੇ। ਉਹ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਵੀ ਡੀਲ ਕਰਦੇ ਨੇ। ਜਿਸ ਤਰ੍ਹਾਂ ਹੁਣ ਦਸੰਬਰ ਦਾ ਮਹੀਨਾ ਹੈਗਾ, ਠੰਡ ਹੈਗੀ, ਅਗਰ ਤੁਸੀਂ ਠੰਡ ਦੇ ਵਿੱਚ ਬਾਹਰ ਨਹੀਂ ਜਾਣਾ ਚਾਹੁੰਦੇ ਹੈਗੇ ਜਾਂ ਤੁਹਾਡੀ ਜਿਹੜੀ ਇੰਸ਼ੋਰੈਂਸ ਹੈ ਉਹ ਐਂਡ ਹੋ ਰਹੀ ਹੈਗੀ ਹੈ ਤੇ ਤੁਸੀਂ ਯੂਜ਼ ਨਹੀਂ ਕੀਤੀ, ਤੁਸੀਂ ਗ੍ਰੇਟ ਸਮਾਈਲਸ ਤੇ ਕਾਲ ਕਰ ਸਕਦੇ ਹੋ। ਉਹ ਤੁਹਾਡੇ ਘਰ ਆ ਕੇ ਇੱਕ ਵੈਲ ਇਕੁਇਪਡ ਡੈਂਟਲ ਵੈਨ ਦੇ ਵਿੱਚ ਤੁਹਾਡੇ ਘਰ ਆ ਕੇ ਤੁਹਾਨੂੰ ਸਰਵਿਸਿਜ਼ ਦੇਣਗੇ ਤੇ ਤੁਹਾਡੇ ਬਿਹਾਫ ਤੇ ਇੰਸ਼ੋਰੈਂਸ ਕੰਪਨੀ ਨਾਲ ਵੀ ਡੀਲ ਕਰਨਗੇ। ਸੋ ਅਸੀਂ ਆਪਣੀ ਗੱਲਬਾਤ ਜਾਰੀ ਕਰਦੇ ਹਾਂ ਤੇ ਅਮਨ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ 1/4 ਹਿੱਸਾ ਹੀ ਸਾਨੂੰ ਜਾਂ ਰੋਟੀ ਲੈਣੀ ਚਾਹੀਦੀ ਹੈ ਜਾਂ ਚਾਵਲ ਲੈਣੇ ਚਾਹੀਦੇ ਨੇ ਤੇ ਅੱਧਾ ਜਿਹੜਾ ਪੋਰਸ਼ਨ ਹੈ ਸਾਡਾ ਉਹ ਸਿਰਫ ਸਬਜ਼ੀਆਂ ਵਗੈਰਾ ਦਾ ਹੋਣਾ ਚਾਹੀਦਾ। ਸੋ ਅਮਨ, ਤੁਸੀਂ ਗੱਲ ਕੀਤੀ ਹੈ ਪ੍ਰੋਟੀਨਸ ਦੀ, ਜਿਹਦੇ ਵਿੱਚ ਤੁਸੀਂ ਕਿਹਾ ਕਿ 1/4 ਹਿੱਸਾ ਜਿਹੜਾ ਹੈਗਾ ਉਹ ਪ੍ਰੋਟੀਨਸ ਦਾ ਹੋਣਾ ਚਾਹੀਦਾ। ਸੋ ਜਿਹੜੇ ਮੇਰੇ ਵੀਰ ਭੈਣ ਜਿਹੜੇ ਵੈਜੀਟੇਰੀਅਨ ਹੈਗੇ ਨੇ, ਸੋ ਉਹਨਾਂ ਲਈ ਤੁਸੀਂ ਕੀ ਦੱਸੋਗੇ ਕਿ ਪ੍ਰੋਟੀਨ ਦੇ ਵਿੱਚ ਉਹ ਕੀ ਲੈ ਸਕਦੇ ਨੇ? ਡੈਫੀਨਿਟਲੀ। ਸੋ ਜਿਹੜੇ ਲੋਕ ਵੈਜੀਟੇਰੀਅਨ ਹੈਗੇ ਨੇ, ਪਹਿਲੇ ਤੇ ਮੇਨ ਜਿਹੜੀ ਸਾਡੀ ਡਾਈਟ ਵਿੱਚ ਚੀਜ਼ ਹੁੰਦੀ ਹੈ ਉਹ ਹੈਗੀ ਮਤਲਬ ਦਾਲ। ਜੇ ਤੁਸੀਂ ਚਨੇ ਖਾਂਦੇ ਹੋ, ਰਾਜਮਾ, ਰੌਂਗੀ, ਉਹਨਾਂ ਵਿੱਚ ਪ੍ਰੋਟੀਨ ਜ਼ਿਆਦਾ ਹੁੰਦੀ ਹੈ। ਅਤੇ ਫਿਰ ਜੇ ਤੁਸੀਂ ਅੰਡੇ ਖਾਂਦੇ ਹੋ, ਐਗ ਵਾਈਟਸ ਜਿਹੜੇ ਹੈਗੇ ਨੇ, ਜਿਹੜਾ ਚਿੱਟਾ ਪੋਰਸ਼ਨ ਹੁੰਦਾ ਅੰਡਿਆਂ ਦਾ ਉਹ ਵੀ ਠੀਕ ਰਹਿੰਦਾ ਹੈਗਾ। ਪਰ ਐਂਡ ਇਨ ਐਡੀਸ਼ਨ ਜਿਹੜੇ ਬਦਾਮ, ਅਖਰੋਟ ਹੁੰਦੇ ਨੇ ਉਹਨਾਂ ਵਿੱਚ ਵੀ ਪ੍ਰੋਟੀਨ ਹੈਗੀ ਹੈ। ਅਤੇ ਜਿਹੜੇ ਇੰਡੀਅਨ ਸੋਰਸ ਤੋਂ ਜਿਹੜੇ ਸੋਏ ਜਿਹੜੀ ਵੜੀਆਂ ਮਿਲਦੀਆਂ ਨੇ, ਤੁਸੀਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ। ਅਤੇ ਫਿਰ ਜੇ ਤੁਸੀਂ ਗ੍ਰੀਕ ਯੋਗਰਟ ਜਾਂ ਕਾਟੇਜ ਚੀਜ਼ ਯੂਜ਼ ਕਰਦੇ ਹੋ, ਉਹ ਵੀ ਇੱਕ ਪ੍ਰੋਟੀਨ ਸੋਰਸ ਹੈਗੀ ਹੈ। ਜੇ ਤੁਸੀਂ ਗ੍ਰੀਕ ਯੋਗਰਟ ਬਾਏ ਕਰਦੇ ਹੋ, ਮੇਕ ਸ਼ੋਰ ਕਿ ਤੁਸੀਂ ਲੋ ਫੈਟ ਵਾਲਾ ਤੇ ਚੀਨੀ ਤੋਂ ਬਗੈਰ ਵਾਲਾ ਤੁਸੀਂ ਗ੍ਰੀਕ ਯੋਗਰਟ ਤੁਸੀਂ ਬਾਏ ਕਰੋ। ਕਈ ਵਾਰੀ ਦੇਖਣ ਜਾਇਆ ਕਿ ਜਿਨ੍ਹਾਂ ਨੂੰ ਡਾਇਬੀਟੀਜ਼ ਹੁੰਦੀ ਹੈ ਉਹਨਾਂ ਨੂੰ ਕਈ ਵਾਰੀ ਕੋਲੈਸਟਰੋਲ ਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ ਨਾਲ ਹੁੰਦੀ ਹੈ। ਸੋ ਸਾਨੂੰ ਇਹ ਧਿਆਨ 'ਚ ਰੱਖਣਾ ਪੈਣਾ ਕਿ ਅਗਰ ਤੁਸੀਂ ਲੋ ਸ਼ੂਗਰ ਵਾਲੀ ਕੋਈ ਚੀਜ਼ ਖਾ ਰਹੇ ਹੋ ਤਾਂ ਉਹ ਹਾਈ ਇਨ ਫੈਟ ਤਾਂ ਨਹੀਂ ਹੈ। So you really need to, I think, read the contents, the labels ਕਿ ਕਿਹਦੇ ਵਿੱਚ ਕੀ ਹੈਗਾ, ਫੈਟ ਕਿੰਨੀ ਹੈ, ਸੈਚੂਰੇਟਡ ਫੈਟ ਕਿੰਨੀ ਹੈਗੀ ਆ ਉਹਨਾਂ ਦੇ ਵਿੱਚ। ਸੋ ਮੇਰਾ ਅਗਲਾ ਜਿਹੜਾ ਕੁਐਸਚਨ ਹੈ, ਜਿਹੜਾ ਮੇਰੇ ਕਾਫੀ ਸਾਰੇ ਵਿਊਅਰਸ ਨੇ ਮੈਨੂੰ ਪੁੱਛਿਆ ਸੀਗਾ, ਉਹ ਇਹ ਸੀਗਾ ਕਿ ਕਈ ਵਾਰੀ ਕੀ ਹੁੰਦਾ ਹੈਗਾ ਕਿ ਤੁਸੀਂ ਸਨੈਕਸ ਲੈਣਾ ਚਾਹੁੰਦੇ ਹੋ, ਠੀਕ ਹੈ, ਤੁਸੀਂ ਮੀਲ ਲੈ ਲਿੱਤੀ ਅਤੇ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਇੱਕ ਮੀਲ ਅਤੇ ਦੂਸਰੀ ਮੀਲ ਦੇ ਵਿੱਚ ਕਾਫੀ ਸਾਰਾ ਟਾਈਮ ਪਾ ਦਿੰਦੇ ਹੋ, ਉਹਦੇ ਨਾਲ ਤੁਹਾਡੀ ਸ਼ੂਗਰ ਡਰੋਪ ਹੋ ਜਾਂਦੀ ਹੈ। ਸੋ ਉਹਦੇ ਵਿੱਚ ਜ਼ਰੂਰੀ ਹੈ ਕਿ ਥੋੜ੍ਹੇ ਕਿੰਨਾ ਕੁ ਟਾਈਮ ਡਿਫਰੈਂਸ ਫਸਟ ਆਫ ਆਲ ਹੋਣਾ ਚਾਹੀਦਾ ਹੈਗਾ ਦੋ ਸਨੈਕਸ ਦੇ ਵਿੱਚ ਜਾਂ ਇੱਕ ਮੀਲ ਅਤੇ ਇੱਕ ਸਨੈਕ ਦੇ ਵਿੱਚ, ਅਤੇ ਕਿਹੜਾ ਸਨੈਕ ਬੈਟਰ ਹੈਗਾ? ਸੋ ਪਹਿਲੇ ਮੈਂ ਇੱਕ ਚੀਜ਼ ਐਡਰੈਸ ਕਰਨਾ ਚਾਹਾਂਗੀ ਕਿ ਜੇ ਤੁਸੀਂ ਦੇਖ ਰਹੇ ਹੋ ਕਿ ਜੇ ਤੁਸੀਂ ਖਾਣਾ ਮਤਲਬ ਸਪੋਜ਼ ਕਰੋ ਕਿ 5-6-7 ਘੰਟੇ ਦੇ ਬਾਅਦ ਤੁਸੀਂ ਨਹੀਂ ਖਾਂਦੇ ਤਾਂ ਤੁਹਾਡੀ ਸ਼ੂਗਰ ਡਰੋਪ ਹੋ ਰਹੀ ਹੈ। ਮੇ ਬੀ ਤੁਹਾਡੀ ਜਿਹੜੀ ਟਰੀਟਮੈਂਟ ਹੈਗੀ ਉਹ ਮੇ ਬੀ ਮਤਲਬ ਕੋਈ ਐਡਜਸਟਮੈਂਟ ਦੀ ਲੋੜ ਹੈਗੀ, ਕਿਉਂਕਿ ਸ਼ੂਗਰ ਨੂੰ ਡਰੋਪ ਨਹੀਂ ਹੋਣਾ ਚਾਹੀਦਾ। ਸੋ ਡਰੋਪ ਦਾ ਮਤਲਬ 4 ਤੋਂ ਥੱਲੇ ਨਹੀਂ ਤੁਹਾਡੀ ਸ਼ੂਗਰ ਜਾਣੀ ਚਾਹੀਦੀ ਹੈ। ਜੇ ਜਾ ਰਹੀ ਹੈ, ਜੇ ਸ਼ੂਗਰ ਲੋ ਜਾ ਰਹੀ ਹੈ, ਡੈਫੀਨਿਟਲੀ ਤੁਸੀਂ ਆਪਣੇ ਡਾਕਟਰ ਦੇ ਨਾਲ ਤੁਸੀਂ ਗੱਲਬਾਤ ਕਰੋ। ਪਰ ਅਦਰਵਾਈਜ਼ ਅਸੀਂ ਕਹਿੰਦੇ ਹਾਂ ਕਿ ਜਿਹੜੇ ਮੀਲਸ ਹੈਗੇ ਨੇ, ਅਸੀਂ ਕਹਿੰਦੇ ਹਾਂ ਕਿ ਐਟਲੀਸਟ ਇੱਕ ਦਿਨ ਵਿੱਚ 3 ਮੀਲਸ ਹੋਣੇ ਚਾਹੀਦੇ ਨੇ। ਸੋ ਬ੍ਰੈਕਫਾਸਟ, ਲੰਚ, ਡਿਨਰ। ਜੇ ਤੁਸੀਂ ਸਪੋਜ਼ ਕਰੋ ਕਿ ਤੁਸੀਂ ਲੰਚ ਤੁਸੀਂ 12 ਵਜੇ ਖਾ ਰਹੇ ਹੋ ਅਤੇ ਫਿਰ ਡਿਨਰ ਤੁਹਾਡਾ ਹੈਗਾ 8 ਵਜੇ, ਜੇ ਬਹੁਤ ਟਾਈਮ ਹੈਗਾ ਇਨ ਬਿਟਵੀਨ, ਡਿਨਰ ਟਾਈਮ ਜਦੋਂ ਤੁਹਾਡਾ ਆਏਗਾ ਤੁਸੀਂ ਓਵਰ ਈਟਿੰਗ ਤੁਸੀਂ ਕਰੋਗੇ। ਸੋ ਡੈਫੀਨਿਟਲੀ ਇਨ ਬਿਟਵੀਨ ਜ਼ਿਆਦਾ ਭੁੱਖ ਲੱਗੇਗੀ ਤਾਂ ਅਸੀਂ ਜ਼ਿਆਦਾ ਖਾ ਜਾਂਦੇ ਹਾਂ ਕਈ ਵਾਰੀ, ਰਾਈਟ। ਸੋ ਇਨ ਬਿਟਵੀਨ ਡੈਫੀਨਿਟਲੀ ਇੱਕ ਹੈਲਥੀ ਸਨੈਕ ਹੋਣਾ ਚਾਹੀਦਾ ਹੈ। ਸਾਡੇ ਕਮਿਊਨਿਟੀ ਵਿੱਚ ਅਸੀਂ ਕੀ ਕਰਦੇ ਹਾਂ ਕਿ ਜਦੋਂ ਅਸੀਂ ਘਰ ਆਉਂਦੇ ਹਾਂ 5 ਵਜੇ ਅਸੀਂ ਚਾਹ ਪੀਂਦੇ ਹਾਂ। ਚਾਹ ਦੇ ਨਾਲ ਜਾਂ ਤਾਂ ਅਸੀਂ ਭੁਜੀਆਂ, ਕੋਈ ਨਮਕੀਨ, ਕੋਈ ਮਤਲਬ ਤਲੀ ਹੋਈ ਨਮਕੀਨ, ਜਾਂ ਅਸੀਂ ਕੋਈ ਜਿਹੜੇ ਕੁਕੀਜ਼ ਹੁੰਦੇ ਨੇ, ਕ੍ਰੈਕਰਸ, ਜਾਂ ਅਸੀਂ ਰਸ ਖਾਂਦੇ ਹਾਂ, ਰਾਈਟ। ਪਰ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਵਿੱਚ ਸ਼ੂਗਰ ਜ਼ਿਆਦਾ ਹੈਗੀ ਹੈ, ਕੋਈ ਨਿਊਟ੍ਰੀਸ਼ਨ ਨਹੀਂ ਹੈਗਾ। ਸੋ ਮਤਲਬ ਕੋਈ ਇਹਨਾਂ ਵਿੱਚ ਕੋਈ ਬੈਨੀਫਿਟ, ਕੋਈ ਚੰਗੀ ਚੀਜ਼ ਨਹੀਂ ਹੈ। ਸੋ ਤੁਸੀਂ ਹੈਲਥੀ ਸਨੈਕਸ ਤੁਸੀਂ ਖਾ ਸਕਦੇ ਹੋ। ਸੋ ਐਗਜ਼ਾਮਪਲਸ ਹੈਗੇ ਨੇ, ਜੇ ਤੁਹਾਨੂੰ ਜਿਹੜੇ ਭੁੰਨੇ ਹੋਏ ਜਿਹੜੇ ਛੋਲੇ ਹੈਗੇ ਨੇ ਤੁਸੀਂ ਉਹ ਖਾ ਸਕਦੇ ਹੋ। ਬਦਾਮ, ਅਖਰੋਟ ਤੁਸੀਂ ਖਾ ਸਕਦੇ ਹੋ। ਤਾਂ ਇਹ ਨਹੀਂ ਮਤਲਬ ਕਿ ਤੁਸੀਂ ਮਤਲਬ ਕੌਲੀ ਭਰ ਕੇ, ਰਾਈਟ। ਸੋ ਮਤਲਬ ਸਮਾਲ ਹੈਂਡਫੁਲ ਬਦਾਮ ਜਾਂ ਅਖਰੋਟ ਤੁਸੀਂ ਲੈ ਸਕਦੇ ਹੋ। ਜਿਹੜੇ ਮੋਠ ਹੁੰਦੇ ਨੇ ਤੁਸੀਂ ਉਹਦਾ ਤੁਸੀਂ ਚਾਟ ਬਣਾ ਕੇ ਤੁਸੀਂ ਉਹ ਲੈ ਸਕਦੇ ਹੋ। ਜੇ ਤੁਹਾਨੂੰ ਲੱਸੀ ਚੰਗੀ ਲੱਗਦੀ, ਤੁਸੀਂ ਮਿੱਠੀ ਲੱਸੀ ਨਹੀਂ ਪਰ ਤੁਸੀਂ ਲੱਸੀ ਵੀ ਤੁਸੀਂ ਲੈ ਸਕਦੇ ਹੋ। ਫਰੂਟਸ ਤੁਸੀਂ ਲੈ ਸਕਦੇ ਹੋ, ਬੇਰੀਜ਼ ਵਿੱਚ ਇੰਨੀ ਸ਼ੂਗਰ ਨਹੀਂ ਹੈਗੀ ਹੈ। ਤੁਸੀਂ ਵੈਜੀਟੇਬਲ ਸਟਿਕਸ ਲੈ ਸਕਦੇ ਹੋ ਹਮਸ ਨਾਲ ਜਾਂ ਕੋਈ ਲੋ ਫੈਟ ਡਿਪ ਦੇ ਨਾਲ। ਸੋ ਇਹ ਮਤਲਬ ਆਪਸ਼ਨਸ ਹੈਗੀਆਂ ਨੇ ਹੈਲਥੀ ਸਨੈਕਸ ਵਾਸਤੇ। ਇੱਕ ਸਾਡੇ ਕਲਚਰ ਦੇ ਵਿੱਚ ਬੜਾ ਮਸ਼ਹੂਰ ਹੈਗਾ ਕਿ ਤੁਸੀਂ ਬੀਨ ਸਪਰਾਊਟਸ ਬਣਾ ਲੈਂਦੇ ਹੋ।
So I think they are also healthy and they are also rich in proteins. Yes. ਕਿ ਤੁਸੀਂ ਦਾਲਾਂ ਨੂੰ ਭਿਉਂ ਕੇ ਰੱਖ ਦਿਓ, ਅਸੀਂ ਮੂੰਗ ਦੀ ਦਾਲ ਜਾਂ ਮੋਠਾਂ ਦੀ ਦਾਲ ਦੇ ਨੂੰ ਥੋੜੇ ਜਦੋਂ ਪੁੰਗਰ ਜਾਂਦੀਆਂ ਹੈਗੀਆਂ ਨੇ ਫਿਰ ਉਹਦੇ ਵਿੱਚ ਕੁਝ ਵੀ ਥੋੜੀ ਜੀ ਡਰੈਸਿੰਗ ਲੈਮਨ ਵਗੈਰਾ ਤੁਸੀਂ ਐਡ ਕਰਕੇ ਉਹ ਖਾ ਸਕਦੇ ਹੋ। ਡੈਫੀਨਿਟਲੀ। ਤੇ ਜੇ ਤੁਸੀਂ ਸਾਡੀ ਸਪੈਸ਼ਲੀ ਉਹਦੇ ਲਈ ਜਿਨ੍ਹਾਂ ਦੇ ਦੰਦ ਨਹੀਂ ਹੈ ਤੇ ਜਿਨ੍ਹਾਂ ਨੇ ਕਹਿਣਾ ਹੈਗਾ ਕਿ ਅਸੀਂ ਬਦਾਮ ਨਹੀਂ ਖਾ ਸਕਦੇ ਹੈਗੇ, ਰਾਈਟ? ਫॉर श्योर। ਤੇ ਮੈਂ ਕਹਿਣ ਲੱਗੀ ਸੀ ਕਿ ਜੇ ਤੁਸੀਂ ਸਾਡੀ ਵੈਬਸਾਈਟ ਤੇ ਜਾਓ stopdiabetesfoundation.com, ਉਹਦੇ ਉੱਪਰ YouTube ਵੀਡੀਓਜ਼ ਵੀ ਹੈਗੀਆਂ ਨੇ ਇੰਗਲਿਸ਼ ਵਿੱਚ, ਹਿੰਦੀ ਵਿੱਚ ਤੇ ਪੰਜਾਬੀ ਵਾਲੀ ਵੀ ਇਟਸ ਕਮਿੰਗ ਸੂਨ। ਤੇ ਉਹ ਐਕਚੁਅਲੀ ਰੈਸਿਪੀਜ਼ ਹੈਗੀਆਂ ਨੇ and there's one for sprouts as well. Sprouts too. Yeah. ਜ਼ਰੂਰ ਦੇਖੋ ਜੀ ਤੁਸੀਂ www.stopdiabetesfoundation.com, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਕਾਫੀ ਤਰ੍ਹਾਂ ਦੀਆਂ ਰੈਸਪੀਜ਼ ਹੈਗੀਆਂ ਨੇ, ਪੰਜਾਬੀ ਦੇ ਵਿੱਚ ਵੀ ਹੈਗੀਆਂ ਨੇ। ਅਗਰ ਤੁਹਾਡੇ ਘਰੇ ਬੱਚੇ ਜਾਂਦੇ ਨੇ ਤੁਸੀਂ ਉਹਨਾਂ ਦੇ ਨਾਲ ਬੈਠ ਕੇ YouTube ਦੇ ਉੱਤੇ ਜਾ ਕੇ ਉਹ ਤੁਹਾਨੂੰ ਦੱਸ ਸਕਦੇ ਨੇ ਕਿਸ ਤਰ੍ਹਾਂ ਤੁਸੀਂ ਲਿੰਕ ਤੋਂ ਅੱਗੇ ਜਾਣਾ ਹੈਗਾ, ਉਹਨਾਂ ਨੂੰ ਦੇਖੋ ਤੇ ਜੋ ਉਹ ਰਿਕਮੈਂਡ ਕਰਦੇ ਨੇ ਉਹ ਲਓ। ਤੇ ਮੈਂ ਫਿਰ ਦੁਬਾਰਾ ਐਮਫੈਸਿਸ ਕਰ ਰਹੀ ਹਾਂ ਕਿ ਪਲੀਜ਼ ਲਿਸਨ ਟੂ ਦ ਪ੍ਰੋਫੈਸ਼ਨਲਸ, ਜਿਹੜੇ ਪ੍ਰੋਫੈਸ਼ਨਲ ਹੈਗੇ ਨੇ, ਡਾਕਟਰਸ ਹੈਗੇ ਨੇ, ਡਾਈਟੀਸ਼ੀਅਨ ਹੈਗੇ ਨੇ, ਇਹਨਾਂ ਨੇ ਇਸ ਚੀਜ਼ ਦੀ ਪੜ੍ਹਾਈ ਕੀਤੀ ਹੈ, ਇਹਨਾਂ ਕੋਲੇ ਐਕਸਪੀਰੀਅੰਸ ਹੈਗਾ। ਇਹਨਾਂ ਦਾ ਰੋਜ਼ ਦਾ ਕੰਮ ਹੈ ਕਿ ਉਹ 15-20 ਜਾਣੇ ਜਿਹੜੇ ਇਸ ਬਿਮਾਰੀ ਦੇ ਨਾਲ ਸਫਰ ਕਰ ਰਹੇ ਨੇ ਉਹਨਾਂ ਨਾਲ ਡੀਲ ਕਰ ਰਹੇ ਨੇ। ਸੋ ਉਹਨਾਂ ਨੂੰ ਐਕਸਪੀਰੀਅੰਸ ਹੈ ਕਿ ਉਹ ਕਿਹੜੀਆਂ ਚੀਜ਼ਾਂ ਕਿਹੋ ਜਿਹੇ ਬੰਦੇ ਦੇ ਉੱਤੇ ਕਿਹਦੇ ਉੱਤੇ ਕੰਮ ਕਰ ਰਹੀਆਂ ਹੈਗੀਆਂ ਨੇ। ਸੋ ਉਹਨਾਂ ਦੀ ਗੱਲ ਜ਼ਿਆਦਾ ਸੁਣੋ ਰੈਦਰ ਦੈਨ ਕਿ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਦੇ ਇੱਦਾਂ ਹੋਇਆ ਸੀ, ਉਹਦੇ ਇੱਦਾਂ ਹੋਇਆ ਸੀ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਹੀ ਇੰਡੀਵਿਜੂਅਲਾਈਜ਼ਡ ਹੁੰਦੀਆਂ ਨੇ ਤੇ ਕਈ ਵਾਰੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਲਈ ਜੋ ਵਰਕ ਕੀਤਾ ਉਹ ਤੁਹਾਡੇ ਲਈ ਵੀ ਕੰਮ ਕਰੇਗਾ। ਸੋ ਇੱਕ ਹੋਰ ਕੁਐਸਚਨ ਸੀਗਾ ਮੇਰਾ ਅਮਨ ਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਚਾਵਲਾਂ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਸੋਚਦੇ ਹਾਂ ਕਿ ਅਗਰ ਅਸੀਂ ਉਹਨਾਂ ਨੂੰ ਉਬਾਲ ਕੇ ਕਾਫੀ ਸਾਰੇ ਪਾਣੀ 'ਚ ਉਬਾਲ ਕੇ ਅਸੀਂ ਕਹਿੰਦੇ ਨੇ ਉਹਨਾਂ ਦੀ ਪਿੱਛ ਕੱਢ ਦਈਏ, ਉਹਨਾਂ ਦਾ ਪਾਣੀ ਕੱਢ ਦਈਏ ਤੇ ਉਹ ਬੈਟਰ ਨੇ ਰੈਦਰ ਦੈਨ ਤੜਕਾ ਲਾ ਕੇ ਜਦੋਂ ਅਸੀਂ ਵੈਸੇ ਚਾਵਲ ਬਣਾਉਂਦੇ ਹਾਂ। ਸੋ ਇਹਨਾਂ 'ਚ ਕਿੰਨਾ ਕੁ ਫਰਕ ਹੈ ਇਹਨਾਂ ਦੋਨਾਂ ਚੀਜ਼ਾਂ 'ਚ? ਸੋ ਇਹ ਵੀ ਇੱਕ ਗਲਤਫਹਿਮੀ ਹੈਗੀ ਹੈ ਕਿ ਜੇ ਤੁਸੀਂ ਚਾਵਲ ਨੂੰ ਜੇ ਤੁਸੀਂ ਉਬਾਲਦੇ ਹੈਗੇ ਹੋ ਤੇ ਜੇ ਤੁਸੀਂ ਉਹਨਾਂ ਦਾ ਪਾਣੀ ਕੱਢ ਦਿੰਦੇ ਹੋ ਮਤਲਬ ਸਾਰੀ ਜਿਹੜੀ ਸਟਾਰਚ ਹੈਗੀ ਉਹ ਨਿਕਲ ਜਾਂਦੀ ਹੈ। ਸੋ ਦੈਟਸ ਫਾਲਸ। ਮਤਲਬ ਵੈਰੀ ਮਤਲਬ ਛੋਟਾ ਜਿਹਾ ਅਮਾਊਂਟ ਜਿਹੜਾ ਹੈਗਾ ਉਹ ਨਿਕਲਦਾ ਹੈਗਾ, ਪਰ ਫਿਰ ਵੀ ਜਿਹੜਾ ਰਾਈਸ ਬਾਕੀ ਜਿਹੜਾ ਹੁੰਦਾ ਹੈ ਇਟਸ ਆਲ ਸਟਾਰਚ, ਰਾਈਟ? ਸੋ ਅਗੇਨ ਦ ਮੇਨ ਥਿੰਗ ਇਜ਼ ਮਤਲਬ ਮੇਨ ਚੀਜ਼ ਇਹ ਹੈਗੀ ਹੈ ਕਿ ਪੋਰਸ਼ਨ ਤੁਸੀਂ ਕਿੰਨਾ ਖਾ ਰਹੇ ਹੋ, ਰਾਈਟ? ਸੋ ਅਗੇਨ ਤੁਸੀਂ ਇਹ ਯਾਦ ਰੱਖੋ ਕਿ ਜਿਹੜਾ ਪੋਰਸ਼ਨ ਹੈਗਾ ਉਹ ਪਲੇਟ ਦੇ ਉੱਪਰ 1/4 ਹਿੱਸਾ ਹੋਣਾ ਚਾਹੀਦਾ ਰਾਈਸ ਦਾ। Is the brown rice better than the white rice or a wild rice better than the brown rice? Like ਕਿਹੜੇ ਚਾਵਲ ਨੇ ਜਿਹੜੇ ਤੁਸੀਂ recommend So difference again ਮਤਲਬ fiber ਵਿੱਚ ਹੁੰਦਾ ਹੈ, right? ਪਰ again ਇਹਦਾ ਐ ਨਹੀਂ ਮਤਲਬ ਕਿ ਜੇ brown rice ਵਿੱਚ ਜਾਂ wild rice ਵਿੱਚ ਜ਼ਿਆਦਾ fiber ਹੈਗਾ ਤੁਸੀਂ ਹੋਰ ਖਾ ਸਕਦੇ ਹੋ। Again ਮਤਲਬ ਪੋਰਸ਼ਨ ਉਹਨਾਂ ਦਾ ਹੈਲਦੀ ਤੁਸੀਂ ਆਪਸ਼ਨ ਕਰ ਸਕਦੇ ਹੋ, ਪਰ ਅਗਰ ਉਹ ਨਹੀਂ ਵੀ ਕਰ ਰਹੇ ਹੈਗੇ ਤਾਂ ਵੀ ਜਸਟ ਆਪਣਾ ਪੋਰਸ਼ਨ ਘਟਾ ਦਿਓ। Exactly, right? So for example ਕਿ ਤੁਸੀਂ ਆਪਣੀ ਪਲੇਟ ਖਤਮ ਕਰ ਦਿੱਤੀ ਹੋਈ ਹੈ ਪਰ ਫਿਰ ਵੀ ਤੁਹਾਨੂੰ ਭੁੱਖ ਲੱਗੀ ਹੈ, ਰਾਈਟ? ਇੰਸਟੈਡ ਆਫ ਤੁਸੀਂ ਮਤਲਬ ਇੰਸਟੈਡ ਆਫ ਹੋਰ ਰਾਈਸ ਖਾਣ ਦਾ ਤੁਸੀਂ ਜ਼ਿਆਦਾ ਵੈਜੀਟੇਬਲਸ ਖਾ ਸਕਦੇ ਹੋ, ਤੁਸੀਂ ਸਬਜ਼ੀ ਲੈ ਸਕਦੇ ਹੋ ਜ਼ਿਆਦਾ, ਜਾਂ ਤੁਸੀਂ ਦਾਲ ਜਾਂ ਰਾਜਮਾ ਤੁਸੀਂ ਲੈ ਸਕਦੇ ਹੋ ਇੰਸਟੈਡ ਆਫ ਰਾਈਸ। ਸੋ ਦੇਰ ਇਜ਼ ਵਨ ਮੋਰ ਥਿੰਗ ਦੈਟ these days people are so into it, quinoa. So what do you say about that? Like that's the nutrition value of that? Yes, so ਜਿਹੜਾ quinoa ਹੈਗਾ again ਉਹ ਵੀ ਇੱਕ grain ਹੁੰਦਾ ਹੈ, so again it's a ਮਤਲਬ carbohydrate ਦਾ ਇੱਕ source ਹੈਗਾ। quinoa ਵਿੱਚ benefit ਇਹ ਹੈਗਾ ਕਿ it's a complete protein, right? ਹੋਰ ਵੀ grains ਵਿੱਚ protein ਹੁੰਦਾ ਹੈ, ਪਰ ਜਿਹੜਾ quinoa ਵਿੱਚ ਜਿਹੜਾ protein ਹੈਗਾ ਉਹ ਅਸੀਂ ਕਹਿੰਦੇ ਕਿ ਮਤਲਬ ਬਹੁਤ it's a good value protein, right? Okay. So again ਜੇ ਤੁਸੀਂ substitute ਕਰਨਾ ਚਾਹੁੰਦੇ ਹੋ, ਤੁਸੀਂ ਰਾਈਸ ਨਹੀਂ ਖਾਣਾ ਚਾਹੁੰਦੇ, ਤੁਸੀਂ quinoa ਖਾਣਾ ਚਾਹੁੰਦੇ ਹੋ, again great, but portion ਓਨਾ ਹੀ ਹੋਣਾ ਚਾਹੀਦਾ। ਸੋ ਉਹਦੇ ਵਿੱਚ ਇਹ ਵੀ ਹੈਗਾ ਕਿ ਅਗਰ ਤੁਸੀਂ ਵੈਜੀਟੇਰੀਅਨ ਹੈਗੇ ਹੋ ਤੇ ਤੁਹਾਡੀ ਪ੍ਰੋਟੀਨ ਇਨਟੇਕ ਤੁਹਾਨੂੰ ਲੱਗ ਰਿਹਾ ਕਿ ਘੱਟ ਹੈਗੀ ਆ, then you can replace the rice with that and that will fulfill both the things, proteins and the starch. It's still matlab it's more of a starch, right? So you would still need a protein, matlab protein matlab fir bhi chahiye hai, hanji, but it's just add on to that. Yes. Okay, so ਤੁਸੀਂ ਅਗਰ ਸਾਨੂੰ ਦੱਸੋ ਕਿ ਐਕਸਰਸਾਈਜ਼ ਕਿੰਨੀ ਕੁ ਇੰਪੋਰਟੈਂਟ ਹੈ ਅਗਰ ਅਸੀਂ ਬਹੁਤ ਵਧੀਆ ਡਾਈਟ ਕਰ ਲਈਏ? ਬਿਕਾਜ਼ ਵਿੰਟਰ ਦੇ ਦਿਨ ਨੇ ਕੋਈ ਵੀ ਬਾਹਰ ਨਿਕਲਣਾ ਪਸੰਦ ਨਹੀਂ ਕਰਦਾ ਹੈਗਾ ਤੇ ਇਟਸ ਹਾਰਡ ਟੂ ਕਿ ਬਜ਼ੁਰਗ ਹੈਗੇ ਨੇ ਉਹ ਬਾਹਰ ਜਾਂਦੇ ਨੇ, ਅਗਰ ਗਿਰ ਜਾਣ ਤੇ ਇਟਸ ਅ ਪ੍ਰੋਬਲਮ ਅਗੇਨ। ਸੋ ਅਗਰ ਉਹ ਬਹੁਤ ਹੀ ਵਧੀਆ ਤਰ੍ਹਾਂ ਨਾਲ ਆਪਣੀ ਜਿਹੜੀ ਡਾਈਟ ਹੈਗੀ ਆ ਉਹਨੂੰ ਫੋਲੋ ਕਰ ਰਹੇ ਨੇ, ਅੱਛਾ ਫੂਡ ਖਾ ਰਹੇ ਨੇ ਐਂਡ ਦੇ ਆਰ ਚੈਕਿੰਗ ਦੇਅਰ ਸ਼ੂਗਰ ਲੈਵਲ, ਦੇ ਆਰ ਟਰਾਈਂਗ ਦੇਅਰ ਬੈਸਟ, ਸੋ ਟੂ what
extent they can delay the exercise, or how much is okay with them? ਸੋ ਤੁਸੀਂ ਇਹ ਨਾ ਸੋਚੋ ਕਿ ਜੇ ਤੁਸੀਂ ਠੀਕ ਖਾ ਰਹੇ ਹੋ ਐਕਸਰਸਾਈਜ਼ ਦੀ ਕੋਈ ਲੋੜ ਨਹੀਂ ਹੈਗੀ ਐਕਸਰਸਾਈਜ਼ ਇਜ਼ ਇਕੁਅਲੀ ਐਜ਼ ਇੰਪੋਰਟੈਂਟ ਐਜ਼ ਦ ਡਾਇਟ ਪਰ ਤੁਸੀਂ ਜਿਹੜਾ ਪੁਆਇੰਟ ਤੁਸੀਂ ਦੱਸਿਆ ਕਿ ਇਟਸ ਰੀਅਲੀ ਇੰਪੋਰਟੈਂਟ ਕਿ ਮਤਲਬ ਵਿੰਟਰ ਵਿੱਚ ਅਸੀਂ ਕੀ ਕਰ ਸਕਦੇ ਹਾਂ ਸੋ ਪਹਿਲੇ ਤਾਂ ਇਹ ਹੈਗਾ ਕਿ ਜਿਹੜਾ ਸਾਡਾ ਟਾਰਗੇਟ ਹੈਗਾ ਐਕਸਰਸਾਈਜ਼ ਦਾ ਉਹ ਅਸੀਂ ਕਹਿੰਦੇ ਹਾਂ ਕਿ 150 ਮਿੰਟਸ cardiovascular exercise ਕਰਨੀ ਚਾਹੀਦੀ ਹੈ per week cardiovascular activity ਦਾ ਮਤਲਬ ਜਿਹੜੀ ਐਕਸਰਸਾਈਜ਼ ਨਾਲ ਸਾਡਾ ਜਿਹੜਾ ਹਾਰਟ ਰੇਟ ਵੱਧਦਾ ਹੈਗਾ ਸਾਹ ਚੜਦਾ ਹੈ ਹਾਂਜੀ ਰਾਈਟ ਸੋ ਤੁਸੀਂ ਵਾਕ ਕਰ ਸਕਦੇ ਹੋ ਜੇ ਘਰ ਵਿੱਚ ਕੋਈ ਇਕਵਿਪਮੈਂਟ ਹੈਗੇ ਨੇ ਦੈਟਸ ਦ ਬੈਸਟ ਸੋ ਜੇ ਕੋਈ ਟ੍ਰੈਡਮਿਲ ਹੈਗੀ ਹੈ ਐਲਿਪਟਿਕਲ ਜਾਂ ਕੋਈ ਬਾਈਕ ਹੈ ਕਿ ਤੁਸੀਂ ਉਹ ਕਰ ਸਕਦੇ ਹੋ ਪਰ ਜੇ ਨਹੀਂ ਹੈਗੀਆਂ ਨੇ ਇਹ ਵਾਲੀ ਮਸ਼ੀਨ ਤੁਸੀਂ ਪੌੜੀਆਂ ਦੇ ਮਤਲਬ ਉੱਪਰ ਥੱਲੇ ਜਾ ਸਕਦੇ ਹੋ ਪਰ ਐਟਲੀਸਟ 10 ਮਿੰਟਾਂ ਦੇ ਵਾਸਤੇ right so at least 10 minutes ਵਾਸਤੇ ਤੁਸੀਂ ਉਹ ਐਕਸਰਸਾਈਜ਼ ਕਰਨੀ ਹੈਗੀ ਹੈ ਜੇ ਤੁਹਾਨੂੰ ਡਾਂਸ ਚੰਗਾ ਲੱਗਦਾ ਤੁਸੀਂ ਮਿਊਜ਼ਿਕ ਲਗਾ ਕੇ ਤੁਸੀਂ ਡਾਂਸ ਕਰ ਸਕਦੇ ਹੋ ਜੇ ਤੁਸੀਂ ਅਪਾਰਟਮੈਂਟ ਵਿੱਚ ਰਹਿੰਦੇ ਹੈਗੇ ਹੋ ਤੁਸੀਂ ਹਾਲਵੇ ਵਿੱਚ ਤੁਸੀਂ ਅੱਗੇ ਪਿੱਛੇ ਤੁਸੀਂ ਤੁਰ ਸਕਦੇ ਹੋ ਸੋ ਮਤਲਬ ਵਿੰਟਰ ਵਿੱਚ ਵੀ ਅਸੀਂ ਕੋਈ ਨਾ ਕੋਈ ਐਕਸਰਸਾਈਜ਼ ਅਸੀਂ ਕਰ ਸਕਦੇ ਹਾਂ a lot of malls ਜਿਹੜੇ ਹੁੰਦੇ ਨੇ ਉਹ ਐਕਚੁਅਲੀ ਜਲਦੀ ਖੁੱਲਦੇ ਨੇ ਸਵੇਰੇ ਸਾਰ for mall walking groups right so senior mall walking groups normal age matlab mall walking groups ਵੀ ਹੁੰਦੇ ਨੇ ਜੋ ਤੁਸੀਂ join ਕਰ ਸਕਦੇ ਹੋ ਕਿਉਂਕਿ again ਜਿੱਦਾਂ ਤੁਸੀਂ ਕਿਹਾ ਸੀ ਅਸੀਂ ਇਹ ਨਹੀਂ ਚਾਹੁੰਦੇ ਹਾਂ ਕਿ ਤੁਸੀਂ ਬਾਹਰ ਜਾ ਕੇ ਆਈਸ ਦੇ ਉੱਪਰ ਤੁਸੀਂ ਮਤਲਬ ਸਲਿਪ ਹੋ ਜਾਓ ਜਾਂ anything like that so ਇੱਕ ਹੋਰ ਚੀਜ਼ ਹੈ ਕਿ ਕਈ ਜਾਣੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਮਿਲਦੇ ਹਾਂ ਤੇ ਜਿਹੜੇ ਕਹਿੰਦੇ ਨੇ ਕਿ ਮੇਰੀ ਸ਼ੂਗਰ ਹੈ ਬਟ ਮੈਂ ਰੋਜ਼ 15-20 ਮਿੰਟ ਯੋਗਾ ਕਰਦਾ ਸੋ ਯੋਗਾ ਦੇ ਵਿੱਚ ਆਈ ਨੋ ਕਿ ਸਾਹ ਨਹੀਂ ਚੜ੍ਹਦਾ ਹੈਗਾ ਇਟਸ ਨਾਟ ਅ ਕਾਰਡੀਓ ਬਟ ਹਾਊ ਇਫੈਕਟਿਵ ਯੋਗਾ ਇਜ਼ to the diabetes so yoga is good as well but ਜਿੱਦਾਂ ਤੁਸੀਂ ਕਿਹਾ ਸੀਗਾ ਕਿ ਮਤਲਬ it's not cardiovascular right yes yoga has other benefits matlab todi jehdi movements ਹੈਗੀਆਂ ਨੇ ਉਹ it keeps regular range of movement ਤੁਹਾਨੂੰ relax ਕਰ ਸਕਦਾ ਹੈਗਾ right but you still need cardio but at the end ਮਤਲਬ ਕਿ ਭੱਜ ਦੌੜ ਕਰਨੀ ਪੈਣੀ ਹੈ right again ਤੁਸੀਂ walk ਕਰ ਸਕਦੇ ਹੋ ਪਰ at least 10 minutes ਮਤਲਬ ਲਗਾਤਾਰ ਤੁਸੀਂ ਕਰਨਾ ਹੈਗਾ ਥੋੜੀ ਜਿਹੀ ਤੇਜ਼ ਵਾਕ ਨਾਟ ਜਸਟ ਅ ਰਿਲੈਕਸਿੰਗ ਵਾਕ ਥੋੜੀ ਜਿਹੀ ਤੇਜ਼ ਐਬਸੋਲੂਟਲੀ ਹਾਂਜੀ ਥੈਂਕ ਯੂ ਸੋ ਅਸੀਂ ਗੱਲਬਾਤ ਕੀਤੀ ਹੈ ਅਮਨ ਦੇ ਨਾਲ ਕਿ ਇਹਨਾਂ ਨੇ ਬੜੇ ਹੀ ਚੰਗੇ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈਗਾ ਸਾਡੀ ਆਪਣੀ ਭਾਸ਼ਾ ਦੇ ਵਿੱਚ ਕਿ ਕਿਹੜਾ ਫੂਡ ਹੈਗਾ ਜਿਹੜਾ ਤੁਹਾਡੇ ਲਈ ਬੈਟਰ ਹੈਗਾ ਕਿਉਂਕਿ ਸਾਡੇ ਇਵਨ ਕਈ ਚੀਜ਼ਾਂ ਤਾਂ ਅੱਜ ਮੇਰੀਆਂ ਵੀ ਕਲੀਅਰ ਹੋਈਆਂ ਨੇ ਕਈ ਮਿਥਸ ਹੁੰਦੀਆਂ ਨੇ ਤੁਹਾਡੇ ਦਿਮਾਗ ਦੇ ਵਿੱਚ ਜਿਹੜੀਆਂ ਤੁਸੀਂ ਸੋਚਦੇ ਹੋ ਕਿ ਸ਼ਾਇਦ ਇਹ ਬੈਟਰ ਹੈਗਾ ਸੋ ਅਗਰ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਡਾਈਟ ਦੇ ਬਾਰੇ ਵਿੱਚ ਤੁਸੀਂ ਅਗੇਨ stopdiabetesfoundation.com ਤੇ ਵੈਬਸਾਈਟ ਤੇ ਜਾ ਕੇ ਲੈ ਸਕਦੇ ਹੋ ਇਹਨਾਂ ਦੀ ਜਿਹੜੀ ਲੋਕੇਸ਼ਨ ਹੈਗੀ ਆ ਇਟਸ ਔਨ ਨਾਰਥ ਪਾਰਕ ਐਂਡ ਟੋਰਬਰਮ LMC ਡਾਇਬੀਟੀਜ਼ ਐਂਡੋਕ੍ਰਿਨੋਲੋਜੀ ਸੋ ਤੁਸੀਂ ਉੱਥੇ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ ਉੱਥੇ ਸੋ ਅਮਨ ਮੈਂ ਫਿਰ ਤੁਹਾਡਾ ਇੱਕ ਵਾਰੀ ਥੈਂਕ ਯੂ ਕਰਦੀ ਹਾਂ ਅਗਰ ਤੁਸੀਂ ਕੋਈ ਮੈਸੇਜ ਦੇਣਾ ਚਾਹਦੇ ਸਾਡੇ ਵਿਊਅਰਸ ਨੂੰ So first of all, thank you so much. But just the last point I have कि मतलब डाइट ਤੇ ਐਕਸਰਸਾਈਜ਼ ਦੋਨੋਂ ਕਰਨੇ ਬਹੁਤ ਜ਼ਰੂਰੀ ਹੈਗੇ ਨੇ ਤੇ ਆਲਸੋ ਜੋ ਵੀ ਤੁਸੀਂ ਕਰ ਰਹੇ ਹੋ ਤੁਹਾਡੇ ਆਪਣੇ ਵਾਸਤੇ ਤੁਸੀਂ ਮਤਲਬ ਫੈਮਿਲੀ ਵਾਸਤੇ ਵੀ ਕਰ ਰਹੇ ਹੋ ਰਾਈਟ ਸੋ ਜੋ ਵੀ ਤੁਸੀਂ ਚੇਂਜਸ ਆਪਣੇ ਆਪ ਬਣਾ ਰਹੇ ਹੋ ਆਪਣੀ ਲਾਈਫ ਸਟਾਈਲ ਵਿੱਚ ਆਪਣੇ ਡਾਈਟ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ ਆਪਣੀ ਫੈਮਿਲੀ ਵਿੱਚ ਆਪਣੇ ਬੱਚਿਆਂ ਵਿੱਚ ਵੀ ਉਹੀ ਚੇਂਜਸ ਤੁਸੀਂ ਬਣਾਉਣੇ ਹੈਗੇ ਨੇ ਕਿਉਂਕਿ ਲੇਟਰ ਔਨ ਇਨ ਲਾਈਫ ਜੇ ਉਹ ਅਨਹੈਲਥੀ ਖਾਂਦੇ ਨੇ ਤੇ ਉਹਨਾਂ ਨੂੰ ਕੋਈ ਵੀ ਚੇਂਜ ਕਰਨਾ ਪੈਣਾ ਹੈ ਇਟਸ ਡਿਫਿਕਲਟ ਪਰ ਜੇ ਫਰਮ ਚਾਈਲਡਹੁੱਡ ਮਤਲਬ ਤੁਸੀਂ ਆਲਰੇਡੀ ਚੇਂਜ ਕਰ ਦਿੱਤਾ ਹੋਇਆ ਹੈ it's easier for them as well then to follow ਹਾਂਜੀ ਤਾਂ ਉਹ ਕਹਿ ਦਿੰਦੇ ਨੇ ਕਿ ਸਾਡੀ ਜਿਹੜੀ ਪਨੀਰੀ ਹੈਗੀ ਆ ਉਹਨੂੰ ਅਸੀਂ ਜਿੱਦਾਂ ਦੀ ਸੇਧ ਦੇਵਾਂਗੇ ਉਹ ਉੱਦਾਂ ਦਾ ਹੀ ਅੱਗੇ ਗਰੋ ਕਰਨਗੇ ਸੋ ਜ਼ਰੂਰੀ ਅਸੀਂ ਆਪਣੀ ਡਾਈਟ ਨੂੰ ਦੇਖੀਏ ਤਾਂ ਜੋ ਜਿਹੜੇ ਬੱਚੇ ਨੇ ਉਹ ਸਾਨੂੰ ਫੋਲੋ ਕਰ ਰਹੇ ਨੇ ਉਹ ਕਿਤੇ ਕੋਈ ਜ਼ਿਆਦਾ ਜੂਸ ਕੋਕ ਜਾਂ ਅਨਹੈਲਦੀ ਚੀਜ਼ਾਂ ਮੈਕਡੋਨਲਡਸ KFC ਇੱਦਾਂ ਦਾ ਹਰ ਰੋਜ਼ ਬਾਹਰੋਂ ਤਾਂ ਨਹੀਂ ਖਾ ਰਹੇ ਉਹ ਹੈਲਦੀ ਖਾ ਰਹੇ ਨੇ ਸੈਲਡਸ ਖਾ ਰਹੇ ਨੇ ਸੋ ਅਸੀਂ ਅਗਲੇ ਹਫਤੇ ਇਸੇ ਤਰ੍ਹਾਂ ਦੁਬਾਰਾ ਮਿਲਾਂਗੇ ਸੋ ਥੈਂਕ ਯੂ ਅਮਨ ਥੈਂਕ ਯੂ ਅਗੇਨ ਸੋ ਮਚ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ